Hanji, dear students, good morning. Now we will discuss about next topic owners fund equity shares. Hanji बच्चे, what is equity shares? Equity shares are most important source of raising long term capital by company. ਬੱਚੇ ਆਪਣੇ ਕੋਲ ਦੋ ਤਰੀਕੇ ਦੇ ਸ਼ੇਅਰਸ ਹੁੰਦੇ ਨੇ, ਇੱਕ ਹੁੰਦੇ ਨੇ ਇਕੁਇਟੀ ਸ਼ੇਅਰਸ, ਇੱਕ ਹੁੰਦੇ ਨੇ ਪ੍ਰੈਫਰੈਂਸ ਸ਼ੇਅਰਸ। ਪਹਿਲੀ ਗੱਲ ਤਾਂ ਵਟ ਇਜ਼ ਅ ਸ਼ੇਅਰ। ਜਦੋਂ ਆਪਾਂ ਕੈਪੀਟਲ ਨੂੰ ਸਮੋਲ ਅਮਾਊਂਟ ਦੇ ਵਿੱਚ ਡਿਸਟਰੀਬਿਊਟ ਕਰ ਦਿੰਦੇ ਹਾਂ, ਦੈਟ ਇਜ਼ ਆਲਸੋ ਨੋਨ ਐਜ਼ ਸ਼ੇਅਰਸ। ਜਿਵੇਂ ਸਪੋਜ਼ ਕਰੋ 1 ਲੱਖ ਕੈਪੀਟਲ ਹੈ, ਠੀਕ ਹੈ, ਤਾਂ ਉਹ 1 ਲੱਖ ਨੂੰ ਜਦੋਂ ਆਪਾਂ ਪਾਰਟਸ ਦੇ ਵਿੱਚ ਡਿਵਾਈਡ ਕਰ ਦਾਂਗੇ, ਸਮੋਲ ਯੂਨਿਟਸ ਦੇ ਵਿੱਚ ਡਿਵਾਈਡ ਕਰ ਦਾਂਗੇ, ਦੈਨ 1 ਯੂਨਿਟ ਇਜ਼ ਆਲਸੋ ਨੋਨ ਐਜ਼ ਅ ਸ਼ੇਅਰ। ਹਾਂਜੀ ਬੱਚੇ, ਆਪਣੇ ਕੋਲੇ ਓਨਰ ਫੰਡ ਦੇ ਥਰੂ ਵੀ ਕਿਸ ਤਰ੍ਹਾਂ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਇਨਵੈਸਟ ਕਰ ਸਕਦੇ ਹਾਂ ਥਰੂ ਓਨਰਸ, ਠੀਕ ਹੈ। ਇਕੁਇਟੀ ਸ਼ੇਅਰਸ ਆਰ ਦੀ ਮੋਸਟ ਇੰਪੋਰਟੈਂਟ ਸੋਰਸ ਆਫ ਰੇਜ਼ਿੰਗ ਲੌਂਗ ਟਰਮ ਕੈਪੀਟਲ ਬਾਈ ਕੰਪਨੀ। ਇੱਕ ਕੰਪਨੀ ਨੇ ਜਿਵੇਂ ਸਪੋਜ਼ ਕਰੋ ਆਪਣਾ ਬਿਜ਼ਨਸ ਸਟਾਰਟ ਕਰਨਾ ਹੈ, ਤਾਂ ਉਹ ਕਿਸ ਤਰ੍ਹਾਂ ਕਰ ਸਕਦੀ ਹੈ, ਉਹ ਇਕੁਇਟੀ ਸ਼ੇਅਰਸ ਨੇ ਜਿਹੜੇ ਇਹ ਉਹਨਾਂ ਨੂੰ ਰੇਜ਼ ਕਰ ਸਕਦੀ ਹੈ। ਇਹ ਕੀ ਇੱਕ ਇੰਪੋਰਟੈਂਟ ਸੋਰਸ ਹੈ। Equity shares are those shares which don't carry any special or preferential right in respect of payment of annual dividend and repayment of capital। ਹਾਂਜੀ ਬੱਚੇ, ਇੱਕ ਗੱਲ ਹੋਰ, ਜਿਹੜੇ ਸ਼ੇਅਰਸ ਹੁੰਦੇ ਨੇ ਇਹ ਜਦੋਂ ਇਹਨਾਂ ਦੇ ਉੱਪਰ ਆਪਾਂ ਨੂੰ ਪ੍ਰੋਫਿਟ ਹੁੰਦਾ ਹੈ ਤਾਂ ਆਪਾਂ ਉਹਨਾਂ ਨੂੰ ਡਿਵੀਡੈਂਡ ਬੋਲਦੇ ਹਾਂ, ਠੀਕ ਹੈ ਨਾ। ਤਾਂ ਜੋ ਵੀ ਆਪਾਂ ਮਤਲਬ ਕਿ ਆਪਾਂ ਨੂੰ ਕੋਈ ਵੀ ਪ੍ਰੋਫਿਟ ਅਰਨਿੰਗ ਜ਼ਿਆਦਾ ਹੋ ਰਹੀ ਹੈ ਤਾਂ ਉਹ ਆਪਾਂ ਸ਼ੇਅਰ ਹੋਲਡਰਸ ਨੂੰ ਪੇ ਕਰ ਰਹੇ ਹਾਂ, ਤਾਂ ਉਹ ਆਪਾਂ ਇਨ ਦੀ ਫੋਰਮ ਆਫ ਡਿਵੀਡੈਂਡ ਪੇ ਕਰਾਂਗੇ, ਠੀਕ ਹੈ। ਅਤੇ ਦੂਸਰੀ ਗੱਲ, ਜਿਹੜੀ ਇਕੁਇਟੀ ਸ਼ੇਅਰਸ ਨੇ ਇਹਨਾਂ ਕੋਲ ਕੋਈ ਸਪੈਸ਼ਲ ਜਾਂ ਪ੍ਰੈਫਰੈਂਸ਼ਨਲ ਰਾਈਟ ਨਹੀਂ ਹੁੰਦਾ ਹੈਗਾ। The money raised by the issue of equity shares is a term as equity share capital, ਠੀਕ ਹੈ। ਜਿਹੜੀ ਵੀ ਆਪਾਂ ਮਨੀ ਇਕੁਇਟੀ ਸ਼ੇਅਰਸ ਦੇ ਥਰੂ ਰੇਜ਼ ਕਰ ਰਹੇ ਹਾਂ, that is also known as equity share capital. It represents the owner's capital as equity shareholders are the real owners of the company। ਜਿਹੜੇ ਇਕੁਇਟੀ ਸ਼ੇਅਰਸ ਦੇ ਵਿੱਚ ਇਨਵੈਸਟ ਕਰ ਰਹੇ ਨੇ ਉਹ ਕੀ ਹੁੰਦੇ ਨੇ, ਕੰਪਨੀ ਦੇ ਰੀਅਲ ਓਨਰਸ ਹੁੰਦੇ ਨੇ ਬੱਚੇ। ਉਹ ਆਪਣੀ ਕੰਪਨੀ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਇੰਟਰਫੇਰੈਂਸ ਕਰ ਸਕਦੇ ਨੇ, ਉਹ ਆਪਣੀ ਕੰਪਨੀ ਨੂੰ ਮੈਨੇਜ ਵੀ ਕਰ ਸਕਦੇ ਨੇ। The capital raised by the issue of such shares is also known as ownership capital or ਓਨਰਸ ਫੰਡ, ਠੀਕ ਹੈ। ਇਹਨੂੰ ਆਪਾਂ ਇਕੁਇਟੀ ਸ਼ੇਅਰ ਕੈਪੀਟਲ ਵੀ ਬੋਲਦੇ ਹਾਂ, ਓਨਰਸ਼ਿਪ ਕੈਪੀਟਲ ਵੀ ਬੋਲਦੇ ਹਾਂ ਅਤੇ ਓਨਰਸ ਫੰਡ ਵੀ ਬੋਲਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆਪਾਂ ਨੈਕਸਟ ਟੋਪਿਕ ਕਰ ਰਹੇ ਹਾਂ ਫੀਚਰਸ ਆਫ ਇਕੁਇਟੀ ਸ਼ੇਅਰਸ। ਫੀਚਰਸ ਕੀ ਨੇ ਦੇਖੋ, ਰਿਸਕ ਬੀਅਰਰ ਕੈਪੀਟਲ। ਇਕੁਇਟੀ ਸ਼ੇਅਰ ਹੋਲਡਰਸ ਆਰ ਪ੍ਰਾਇਮਰੀ ਰਿਸਕ ਬੀਅਰਸ। they enjoy the reward as well as bear the risk of ownership। ਦੇਖੋ ਬੱਚੇ, ਦੋ ਤਰੀਕੇ ਦੇ ਸ਼ੇਅਰਸ ਹੈ, ਇਕੁਇਟੀ ਸ਼ੇਅਰਸ, ਪ੍ਰੈਫਰੈਂਸ ਸ਼ੇਅਰਸ। ਜਿਹੜੇ ਇਕੁਇਟੀ ਸ਼ੇਅਰਸ ਹੁੰਦੇ ਨੇ ਉਹ ਕੰਪਨੀ ਦੇ ਰੀਅਲ ਓਨਰਸ ਹੁੰਦੇ ਨੇ, ਉਹ ਕੰਪਨੀ ਨੂੰ ਮੈਨੇਜ ਕਰ ਸਕਦੇ ਨੇ। ਅਤੇ ਦੂਸਰੀ ਗੱਲ, ਜਿਹੜੇ ਇਕੁਇਟੀ ਸ਼ੇਅਰਸ ਹੁੰਦੇ ਨੇ ਇਹਨਾਂ ਨੂੰ ਆਪਾਂ ਪ੍ਰੈਫਰੈਂਸ ਜ਼ਿਆਦਾ ਨਹੀਂ ਦਿੰਦੇ। ਆਪਾਂ ਕਿਹਨਾਂ ਨੂੰ ਪ੍ਰੈਫਰੈਂਸ ਦਿੰਦੇ ਹਾਂ, ਪ੍ਰੈਫਰੈਂਸ ਸ਼ੇਅਰਸ ਨੂੰ, ਠੀਕ ਹੈ। ਜਦੋਂ ਵੀ ਆਪਾਂ ਨੂੰ ਕੰਪਨੀ ਨੂੰ ਪ੍ਰੋਫਿਟ ਹੋਏਗਾ, ਸਭ ਨਾਲੋਂ ਪਹਿਲਾਂ ਆਪਾਂ ਕਿਹਨੂੰ ਡਿਵੀਡੈਂਡ ਪੇ ਕਰਨਾ ਹੈ, ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਪੇ ਕਰਨਾ ਹੈ। ਇਕੁਇਟੀ ਸ਼ੇਅਰ ਹੋਲਡਰਸ ਨੂੰ ਆਪਾਂ ਬਾਅਦ ਵਿੱਚ ਪੇ ਕਰਾਂਗੇ ਜੇ ਆਪਣੇ ਕੋਲੇ ਪ੍ਰੋਫਿਟ ਬਚਦਾ, ਠੀਕ ਹੈ। ਸੋ ਇਹ ਕੀ ਨੇ, ਰਿਸਕ ਬੀਅਰ ਕੈਪੀਟਲ ਹੈ, ਵੀ ਜੇ ਤਾਂ ਪ੍ਰੋਫਿਟ ਰਿਵਾਰਡ ਹੋ ਰਹੇ ਹੈ ਇਹ ਇੰਜੋਏ ਕਰ ਵੀ ਸਕਦੇ ਨੇ, ਅਤੇ ਨਹੀਂ ਇਹਨਾਂ ਨੂੰ ਕੀ ਹੈ, ਰਿਸਕ ਬੀਅਰ ਕਰਨਾ ਪਏਗਾ। ਮੈਚੋਰਿਟੀ, ਇਕੁਇਟੀ ਸ਼ੇਅਰਸ ਪ੍ਰੋਵਾਈਡ permanent capital to the company can not be redeemed during the lifetime of the company। ਜਿਹੜੀ ਇਕੁਇਟੀ ਸ਼ੇਅਰਸ ਹੁੰਦੇ ਨੇ ਬੱਚੇ, ਇਹ ਕੀ ਹੈ, ਕੰਪਨੀ ਦੀ ਪਰਮਾਨੈਂਟ ਕੈਪੀਟਲ ਹੈ। ਇਹਦੇ ਵਿੱਚ ਆਪਾਂ ਨੂੰ ਕੋਈ ਬੋਦਰੇਸ਼ਨ ਨਹੀਂ ਹੁੰਦੀ ਵੀ ਆਪਾਂ ਨੇ ਵਾਪਿਸ ਕਰਨੇ ਨੇ, ਮਤਲਬ ਕਿ ਜੋ ਵੀ ਇਸ ਸ਼ੇਅਰਸ ਦੇ ਵਿੱਚ ਇਨਵੈਸਟ ਕੀਤੀ ਹੈ ਮਨੀ, ਵੀ ਉਹ ਆਪਾਂ ਨੇ ਵਾਪਿਸ ਕਰਨੀ ਹੈ। ਜਿਵੇਂ ਹੁਣ ਸਪੋਜ਼ ਕਰੋ ਤੁਸੀਂ ਬੈਂਕਸ ਵਗੈਰਾ ਤੋਂ ਲੋਨ ਲੈ ਰਹੇ ਹੋ, ਠੀਕ ਹੈ, ਉਹ ਤੁਹਾਡੇ 'ਤੇ ਕੀ ਹੋਏਗੀ, ਇੱਕ ਬਰਡਨ ਹੋਏਗਾ ਵੀ ਹਾਂ ਤੁਸੀਂ ਉਹ ਲੋਨ ਵੀ ਪੇ ਕਰਨਾ ਹੈ ਅਤੇ ਉਹਦੇ ਉੱਪਰ ਇੰਟਰਸਟ ਵੀ ਪੇ ਕਰਨਾ ਹੈ। ਬਟ ਇਕੁਇਟੀ ਸ਼ੇਅਰਸ ਦੇ ਵਿੱਚ ਇਸ ਤਰ੍ਹਾਂ ਕੁਛ ਨਹੀਂ ਹੁੰਦਾ। ਕੈਨ ਨੋਟ ਬੀ ਰਿਡੀਮਡ, ਇਹ ਆਪਾਂ ਨੂੰ ਲਾਈਫ ਟਾਈਮ ਆਫ ਦੀ ਕੰਪਨੀ ਮਤਲਬ ਕਿ ਰਿਡੀਮ ਨਹੀਂ ਕਰਨੇ ਪੈਂਦੇ।
ਦੈਨ ਹੈ ਬੱਚੇ ਆਪਣੇ ਕੋਲੇ ਰਿਟਰਨ। ਦ ਰਿਟਰਨ ਅਰਨਡ ਬਾਈ ਦ ਇਕੁਇਟੀ ਸ਼ੇਅਰ ਹੋਲਡਰਸ। ਆ ਦੇਖੋ, ਜੋ ਵੀ ਮਤਲਬ ਕਿ ਕੰਪਨੀ ਪ੍ਰੋਫਿਟ ਪੇ ਕਰ ਰਹੀ ਹੈ ਇਕੁਇਟੀ ਸ਼ੇਅਰ ਹੋਲਡਰਸ ਨੂੰ, ਦੈਟ ਇਜ਼ ਆਲਸੋ ਨੋਨ ਐਜ਼ ਡਿਵੀਡੈਂਡ। Claim our residual income. Equity shareholders refer to the residual owners. Real owners, they get dividend only after all other claims on the company's income and assets have settled. ਠੀਕ ਹੈ ਨਾ, ਜਿੰਨੇ ਤੱਕ ਆਪਣੀ ਕੰਪਨੀ ਦੇ ਸਾਰੇ ਕਲੇਮਸ ਵਗੈਰਾ, ਲਾਇਬਿਲਿਟੀਜ਼ ਵਗੈਰਾ ਪੇ ਨਹੀਂ ਹੁੰਦੀਆਂ, ਉਹਨੇ ਤੱਕ ਇਕੁਇਟੀ ਸ਼ੇਅਰ ਹੋਲਡਰਸ ਆਪਣੇ ਡਿਵੀਡੈਂਡ ਦੀ ਡਿਮਾਂਡ ਨਹੀਂ ਕਰ ਸਕਦੇ। ਦੈਨ ਹੈਗਾ ਆਪਣੇ ਕੋਲ ਨੈਕਸਟ ਪੁਆਇੰਟ ਹੈਗਾ ਬੱਚੇ ਵੋਟਿੰਗ ਰਾਈਟਸ। ਇਕੁਇਟੀ ਸ਼ੇਅਰ ਹੋਲਡਰਸ ਹੈਵ ਦਾ ਵੋਟਿੰਗ ਰਾਈਟਸ ਇਨ ਪ੍ਰਪੋਰਸ਼ਨ ਟੂ ਦੀ ਸ਼ੇਅਰਸ ਹੈਲਡ ਬਾਈ ਦਾ ਸ਼ੇਅਰ ਹੋਲਡਰਸ। ਠੀਕ ਹੈ, ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੋਟਿੰਗ ਰਾਈਟ ਹੁੰਦਾ ਹੈ। ਦੇ ਹੈਵ ਏ ਰਾਈਟ ਟੂ ਪਾਰਟੀਸਪੇਟ ਇਨ ਦੀ ਕੰਪਨੀ ਮੈਨੇਜਮੈਂਟ। ਕੰਪਨੀ ਦੀ ਮੈਨੇਜਮੈਂਟ ਦੇ ਵਿੱਚ ਇਹ ਇੰਟਰਫੇਰੈਂਸ ਕਰ ਸਕਦੇ ਨੇ। ਲਿਮਿਟਿਡ ਲਾਇਬਿਲਿਟੀ। ਦ ਲਾਇਬਿਲਿਟੀ ਆਫ ਦੀ ਇਕੁਇਟੀ ਸ਼ੇਅਰ ਹੋਲਡਰਸ ਇਜ਼ ਲਿਮਿਟਿਡ। ਇਹ ਬੱਚੇ ਇਹਦੇ ਵਿੱਚ ਜਿਹੜੀ ਉਹਨਾਂ ਦੀ ਲਾਇਬਿਲਿਟੀ ਹੁੰਦੀ ਹੈ, ਜਿਹਨੂੰ ਆਪਾਂ ਦੇਣਦਾਰੀ ਕਹਿ ਦਿੰਦੇ ਹਾਂ, ਉਹ ਲਿਮਿਟਿਡ ਹੁੰਦੀ ਹੈ। ਠੀਕ ਹੈ, ਜਿੰਨਾ ਵੀ ਉਹਨਾਂ ਨੇ ਕੰਪਨੀ ਦੇ ਵਿੱਚ ਕੰਟਰੀਬਿਊਟ ਕੀਤਾ। ਦੈਨ ਹੈਗਾ ਆਪਣੇ ਕੋਲੇ ਮੈਰਿਟਸ ਆਫ ਇਕੁਇਟੀ ਸ਼ੇਅਰਸ। ਆਈਡਲ ਫॉर ਐਡਵੈਂਚਰਸ ਇਨਵੈਸਟਰਸ। Equity shares are suitable for investors who are willing to assume risk for higher return. Equity shares ਕੀ ਨੇ? suitable ਨੇ ਇਨਵੈਸਟਰਸ ਲਈ। ਠੀਕ ਹੈ, who are willing to assume risk, ਜਿਹੜੇ ਕਿ ਰਿਸਕ ਲੈ ਸਕਦੇ ਨੇ। no obligation as to dividend. there is no burden and obligation on the company to pay dividend. ਇਹਦੇ ਵਿੱਚ ਕੰਪਨੀ ਦੇ ਉੱਪਰ ਕੋਈ ਬਰਡਨ ਨਹੀਂ ਹੁੰਦਾ ਬੱਚੇ। ਇਟਸ ਡਿਪੈਂਡ ਅਪੋਨ ਦੀ ਪ੍ਰੋਫਿਟਸ। ਕੰਪਨੀ ਨੂੰ ਕਿੰਨਾ ਕੁ ਪ੍ਰੋਫਿਟਸ ਹੋ ਰਿਹਾ, ਇਟਸ ਆਲਸੋ ਡਿਪੈਂਡ ਅਪੋਨ ਦੀ ਡਾਇਰੈਕਟਰਸ ਡਿਸੀਜ਼ਨਸ ਐਂਡ ਮੈਂਬਰਸ। ਠੀਕ ਹੈ, ਸੋਰਸ ਆਫ ਫਿਕਸ ਕੈਪੀਟਲ। ਇਹ ਕੀ ਹੈ? ਇੱਕ ਪਰਮਾਨੈਂਟ ਸੋਰਸ ਹੈ ਕੈਪੀਟਲ ਦਾ ਕੰਪਨੀ ਲਈ। ਇਹਦੇ ਲਿਕੁਇਡੇਸ਼ਨ ਦਾ ਮਤਲਬ ਇਹ ਹੁੰਦਾ ਜਦੋਂ ਕੰਪਨੀ ਬੰਦ ਹੋ ਰਹੀ ਹੈ। ਠੀਕ ਹੈ, ਜਦੋਂ ਆਪਾਂ ਕੰਪਨੀ ਬੰਦ ਕਰ ਰਹੇ ਹਾਂ, ਆਪਾਂ ਇਕੁਇਟੀ ਸ਼ੇਅਰਸ ਉਸ ਟਾਈਮ 'ਤੇ ਹੀ ਪੇ ਕਰਾਂਗੇ। ਪ੍ਰੋਵਾਈਡ ਕ੍ਰੈਡਿਟ ਸਟੈਂਡਿੰਗ। ਇਕੁਇਟੀ ਕੈਪੀਟਲ ਪ੍ਰੋਵਾਈਡ ਕ੍ਰੈਡਿਟ ਵਰਥਨੈਸ ਟੂ ਦੀ ਕੰਪਨੀ। ਕ੍ਰੈਡਿਟ ਵਰਥਨੈਸ ਦਾ ਮਤਲਬ ਹੁੰਦਾ ਗੁੱਡਵਿਲ ਐਂਡ ਕੌਨਫੀਡੈਂਸ ਟੂ ਪ੍ਰੋਸਪੈਕਟਿਵ ਲੋਨ ਪ੍ਰੋਵਾਈਡਰਸ। ਇਹ ਕੀ ਹੈ? ਜਿਵੇਂ ਹੁਣ ਦੇਖੋ, ਸਪੋਜ਼ ਕਰੋ ਇਕੁਇਟੀ ਸ਼ੇਅਰਸ ਆਪਣੀ ਕੰਪਨੀ ਦੇ ਜ਼ਿਆਦਾ ਪਰਚੇਜ਼ ਕੀਤੇ ਹੋਏ ਨੇ, ਉਹ ਕੀ ਹੈ? ਆਪਣੀ ਕੰਪਨੀ ਦੀ ਕ੍ਰੈਡਿਟ ਵਰਥਨੈਸ ਯਾਨੀ ਕਿ ਗੁੱਡਵਿਲ ਨੂੰ ਇਨਕਰੀਜ਼ ਕਰ ਦੇਗੀ। ਠੀਕ ਹੈ, ਫਿਰ ਆਪਾਂ ਨੂੰ ਲੋਨ ਵਗੈਰਾ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਏਗੀ, ਆਪਾਂ ਕੌਨਫੀਡੈਂਸ਼ੀਅਲੀ ਲੋਨ ਵੀ ਲੈ ਸਕਦੇ ਹਾਂ। ਅਤੇ ਜਿਹੜਾ ਬੰਦਾ ਆਪਾਂ ਨੂੰ, ਜਿਹੜਾ ਪਰਸਨ ਆਪਾਂ ਨੂੰ ਲੋਨ ਦੇ ਰਿਹਾ ਹੈ, ਉਹ ਵੀ ਕੀ ਹੈ? ਉਹਦੇ ਆਈਜ਼ ਦੇ ਵਿੱਚ ਵੀ ਆਪਣੀ ਕੰਪਨੀ ਦੀ ਕੀ ਬਣ ਜਾਏਗੀ? ਰੈਪੂਟੇਸ਼ਨ ਬਣ ਜਾਏਗੀ। no charge on asset. Equity shares don't carry any charge against the asset of the company. Asset can be freely mortgaged for the purpose of borrowing. Equity shares ਨੇ ਜਿਹੜੇ, ਉਹਦੇ ਆਪਣੀ ਐਸੈਟਸ ਦੇ ਉੱਪਰ ਕੋਈ ਚਾਰਜ ਨਹੀਂ ਹੁੰਦਾ। ਡੈਮੋਕ੍ਰੈਟਿਕ ਮੈਨੇਜਮੈਂਟ। ਇਕੁਇਟੀ ਸ਼ੇਅਰ ਹੋਲਡਰ ਇੰਜੋਏ ਵੋਟਿੰਗ ਰਾਈਟਸ। ਡੈਮੋਕ੍ਰੈਟਿਕ ਮੈਨੇਜਮੈਂਟ ਆਫ ਦੀ ਕੰਪਨੀ। ਇੱਕ ਮਤਲਬ ਕਿ ਉਹ ਪ੍ਰੋਪਰ ਤਰੀਕੇ ਨਾਲ ਵਿਦਆਊਟ ਐਨੀ ਕਿਸੇ ਦੇ ਵੀ ਦਬਾਅ ਤੋਂ ਇੰਟਰਫੇਰੈਂਸ ਕਰ ਸਕਦੇ ਨੇ। ਕੰਪਨੀ ਦੇ ਮੈਨੇਜਮੈਂਟ ਦੇ ਵਿੱਚ ਪਾਰਟੀਸਪੇਸ਼ਨ ਉਹਨਾਂ ਦੀ ਹੋ ਸਕਦੀ ਹੈ। ਹਾਂਜੀ ਬੱਚੇ, ਅੱਗੇ ਹੈਗਾ ਨੈਕਸਟ ਟੌਪਿਕ ਲਿਮੀਟੇਸ਼ਨਸ ਆਫ ਦੀ ਇਕੁਇਟੀ ਸ਼ੇਅਰਸ। ਰਿਸਕ ਆਫ ਫਲਕਚੁਏਟਿੰਗ ਰਿਟਰਨਸ। ਇਕੁਇਟੀ ਸ਼ੇਅਰਸ ਆਰ ਸੁਟੇਬਲ ਫॉर ਦ ਇਨਵੈਸਟਰਸ who desire to earn a stable return on their investment as equity shares get fluctuating returns. ਠੀਕ ਹੈ, ਇਹਦਾ ਬੈਡ ਲਿਮੀਟੇਸ਼ਨ, ਇਹਦਾ ਫਸਟ ਲਿਮੀਟੇਸ਼ਨ ਬੱਚੇ ਇਹੀ ਹੈ ਵੀ ਇਹਦੇ ਵਿੱਚ ਜਿਹੜੀ ਰਿਟਰਨਸ ਨੇਗੀਆਂ ਉਹ ਆਪਾਂ ਨੂੰ ਸਟੇਬਲ ਨਹੀਂ ਮਿਲਦੀਆਂ। ਠੀਕ ਹੈ ਨਾ, ਜਿਵੇਂ ਕਿ ਸਪੋਜ਼ ਕਰੋ ਆਪਾਂ ਕਿਸੇ ਵੀ ਜੋਬ ਦੇ ਵਿੱਚ ਜੁਆਇਨ ਕੀਤਾ ਜਾਂ ਕਿਸੇ ਕੰਪਨੀ ਦੇ ਵਿੱਚ ਜੁਆਇਨ ਕੀਤਾ, ਉੱਥੇ ਆਪਾਂ ਨੂੰ ਪਤਾ ਨਾ ਵੀ ਰੈਗੂਲਰਲੀ ਆਪਾਂ ਨੂੰ ਮੰਥਲੀ ਸੈਲਰੀ ਹੈ ਜਿਹੜੀ ਮੰਥਲੀ ਰਿਟਰਨ ਆਪਣੇ ਕੰਮ ਦੀ ਮਿਲੀ ਜਾਣੀ ਹੈ। ਬਟ ਜਦੋਂ ਆਪਾਂ ਕਿਸੇ ਕੰਪਨੀ ਦੇ ਵਿੱਚ ਇਕੁਇਟੀ ਸ਼ੇਅਰਸ ਇਨਵੈਸਟ ਕਰ ਰਹੇ ਹਾਂ ਤਾਂ ਆਪਣੀ ਜਿਹੜੀ ਰਿਟਰਨ ਹੈ ਬੱਚੇ ਇਹ ਡਿਪੈਂਡ ਕਰੇਗੀ ਆਪਣੀ ਕੰਪਨੀ ਦੇ ਪ੍ਰੋਫਿਟ 'ਤੇ। ਜੇ ਕੰਪਨੀ ਨੂੰ ਉਸ ਮੰਥ ਦੇ ਵਿੱਚ, ਉਸ ਈਅਰ ਦੇ ਵਿੱਚ ਪ੍ਰੋਫਿਟ ਹੋ ਰਿਹਾ ਤਾਂ ਆਪਾਂ ਨੂੰ ਡਿਵੀਡੈਂਡ ਮਿਲੇਗਾ, ਅਦਰਵਾਈਜ਼ ਨਹੀਂ ਮਿਲੇਗਾ। ਇਟ ਮੀਨਸ ਇਹਦੇ ਵਿੱਚ ਕੀ ਹੈ? ਸਟੇਬਲ ਰਿਟਰਨਿੰਗ ਨਹੀਂ ਹੈਗੀ। ਇਹ ਇੱਕ ਲਿਮੀਟੇਸ਼ਨਸ ਹੈ। ਹਾਈ ਕੋਸਟ ਆਫ ਕੈਪੀਟਲ। ਦਾ ਕੋਸਟ ਆਫ ਇਕੁਇਟੀ ਸ਼ੇਅਰਸ ਇਜ਼ ਜਨਰਲੀ
more as compared to the most of raising funds through other sources। ਬੱਚੇ ਇਹਦੀ ਜਿਹੜੀ ਕੋਸਟ ਹੈ ਇਕੁਇਟੀ ਸ਼ੇਅਰਸ ਦੀ ਇਹ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਦਰ ਸੋਰਸਿਸ। ਠੀਕ ਹੈ। ਡਿਲਿਊਸ਼ਨ ਆਫ ਕੰਟਰੋਲ, ਦ ਐਡੀਸ਼ਨਲ ਇਸ਼ੂ ਆਫ ਇਕੁਇਟੀ ਸ਼ੇਅਰਸ ਡਿਲਿਊਟ ਦਾ ਕੰਟਰੋਲ ਅਰਨਿੰਗ ਆਫ ਐਗਜ਼ਿਸਟਿੰਗ ਇਕੁਇਟੀ ਸ਼ੇਅਰ ਹੋਲਡਰਸ। ਇਹਦੇ ਵਿੱਚ ਜਿਹੜਾ ਰਾਈਟ ਹੈ ਉਹ ਵੀ ਆਪਾਂ ਕੀ ਕਰ ਸਕਦੇ ਹਾਂ, ਡਿਲਿਊਟ ਕਰ ਸਕਦੇ ਹਾਂ, ਕਿਸੇ ਹੋਰ ਨੂੰ ਦਿੱਤਾ ਜਾ ਸਕਦਾ ਹੈ। ਲੀਗਲ ਫਾਰਮੈਲਿਟੀਜ਼, a company has to complete the number of formalities before issue of the equity shares to the general public। ਕੰਪਨੀ ਨੂੰ ਬਹੁਤ ਸਾਰੀਆਂ ਫਾਰਮੈਲਿਟੀਜ਼ ਪੇ ਕਰਨੀਆਂ ਪੈਂਦੀਆਂ ਨੇ, ਮਤਲਬ ਕਿ ਫੁੱਲਫਿਲ ਕਰਨੀਆਂ ਪੈਂਦੀਆਂ ਨੇ ਪਹਿਲਾਂ ਜਦੋਂ ਉਹ ਇਕੁਇਟੀ ਸ਼ੇਅਰਸ ਪਬਲਿਕ ਨੂੰ ਇਸ਼ੂ ਕਰਦੀ ਹੈ। ਡੇਂਜਰ ਆਫ ਓਵਰ ਕੈਪੀਟਲਾਈਜੇਸ਼ਨ, ਇਕੁਇਟੀ ਸ਼ੇਅਰ ਕੈਪੀਟਲ ਕੀ ਇੱਕ ਪਰਮਾਨੈਂਟ ਸੋਰਸ ਹੈ ਕੈਪੀਟਲ ਦਾ। ਠੀਕ ਹੈ। ਇਹ ਕੀ ਹੋ ਸਕਦਾ ਬੱਚੇ, ਓਵਰ ਕੈਪੀਟਲਾਈਜੇਸ਼ਨ ਵੀ ਹੋ ਸਕਦੀ ਹੈ, ਵੀ ਕੰਪਨੀ ਨੂੰ ਇੰਨੀ ਕੈਪੀਟਲ ਦੀ ਜ਼ਰੂਰਤ ਨਹੀਂ ਹੈਗੀ ਜਿੰਨੀ ਮਤਲਬ ਕਿ ਉਹਨਾਂ ਨੇ ਕੀ ਕਰਿਆ, ਇਨਵੈਸਟ ਹੋ ਗਈ ਉੱਥੇ। ਠੀਕ ਹੈ। ਉਹ ਜਿਹੜੇ ਮੰਨ ਲਓ ਸਪੋਜ਼ ਕਰੋ ਕੰਪਨੀ ਨੂੰ ਜ਼ਰੂਰਤ ਹੈ 5 ਲੱਖ ਦੀ, ਬਟ ਆਪਣੇ ਕੋਲ ਉੱਥੇ ਕੰਪਨੀ ਦੇ ਵਿੱਚ ਓਵਰ ਕੈਪੀਟਲਾਈਜੇਸ਼ਨ ਚੱਲ ਰਹੀ ਹੈ 8 ਲੱਖ। ਉਹਦੇ ਵਿੱਚ ਕਿੰਨੇ ਹੀ ਸੋਰਸਿਸ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਆਈਡਲ ਪਏ ਹੋਏ ਨੇ। ਠੀਕ ਹੈ ਬੱਚੇ, ਇਹ ਕੀ ਹੈ, ਓਵਰ ਕੈਪੀਟਲਾਈਜੇਸ਼ਨ, ਜਿਹਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਯੂਟੀਲਾਈਜ਼ਡ ਨਹੀਂ ਕਰ ਪਾ ਰਹੇ।